वाहिगुरू जी का खालसा वाहिगुरू जी की फतेह। वेलकम बैक टू योर YouTube channel Kabir Academy. My name is Simranjot Singh and I am teaching you maths. And you already know that we are solving class 8 maths, and the book name is Mathsmate and written by Geeta VR and published by Madhuban Publications. So if you will search by any of these names, my videos will be shown to you. So ਆਪਾਂ already ਕਰ ਰਹੇ ਹਾਂ class 9th ਦਾ class 8 ਦਾ 9th chapter comparing quantities, and ਇਸ ਤੋਂ ਪਹਿਲਾਂ ਆਪਾਂ ਕੁਝ exercise ਵਗੈਰਾ ਵੀ ਕੀਤੀਆਂ ਨੇ। ठीक है, आज जो आप टॉपिक करने जा रहे हैं दैट इज द टॉपिक नेम इज टैक्स। तो इस तो पहले आप बहुत कुछ डिस्कस किया है ना, कॉस्ट प्राइस, सेलिंग प्राइस, डिस्काउंट एंड ऑल दैट ना, गेन परसेंट, लॉस परसेंट। तो ਜਿਹੜੇ गेन परसेंट लॉस परसेंट वाले फॉर्मूले ना यही डायरैक्टली और इनडायरैक्टली यूज ਹੁੰਦੇ हैं। जिवें डिस्काउंट ਵਿੱਚ मैं ਤੁਹਾਨੂੰ ਦੱਸਿਆ ਸੀ लॉस परसेंट वाले फॉर्मूले ਨੂੰ ਕਨਵਰਟ ਕੀਤਾ ਗਿਆ डिस्काउंट ਵਾਲੇ ਚ। ठीक है, ਤੇ ਉਹ ਕਿਵੇਂ ਕਨਵਰਟ ਕੀਤਾ ਗਿਆ मैं ਤੁਹਾਨੂੰ ਇਸ ਤੋਂ ਪਹਿਲਾਂ ਦੱਸ ਚੁੱਕਾ ਹਾਂ। ਅੱਜ ਜਿਹੜਾ ਆਪਾਂ ਗੱਲ ਕਰ ਰਹੇ ਹਾਂ ਟੈਕਸ। टैक्स ਹੁੰਦਾ ਕੀ ਹੈ ਕਿ ਜਿਹੜਾ ਆਪਾਂ ਪੇ ਕਰਦੇ ਹਾਂ ਟੂ ਦਾ ਗਵਰਨਮੈਂਟ, ਉਹ ਹੁੰਦੀ ਹੈ ਦੋ ਤਰ੍ਹਾਂ ਦੇ ਟੈਕਸ ਹੁੰਦੇ ਆ, ਡਾਇਰੈਕਟ ਟੈਕਸ ਐਂਡ ਇਨਡਾਇਰੈਕਟ ਟੈਕਸ। ਡਾਇਰੈਕਟ ਟੈਕਸ ਦੇ ਵਿੱਚ ਕੀ ਆਂਦਾ ਕਿ ਆਪਾਂ ਡਾਇਰੈਕਟਲੀ ਕਿਸੇ ਨੂੰ ਟੈਕਸ ਪੇ ਕਰਦੇ ਹਾਂ। ਫੋਰ ਐਗਜ਼ਾਮਪਲ ਇਨਕਮ ਟੈਕਸ ਹੋ ਗਿਆ ਕਿ ਇਨਕਮ ਟੈਕਸ ਕੀ ਹੈ, ਸਾਡੀ ਇਨਕਮ ਦਾ ਟੈਕਸ ਡਾਇਰੈਕਟਲੀ ਗਵਰਨਮੈਂਟ ਨੂੰ ਪੇ ਹੋ ਰਿਹਾ। ਸੋ ਦੈਟ ਇਜ਼ ਦਾ ਟਾਈਪ ਆਫ ਡਾਇਰੈਕਟ ਟੈਕਸ। ਤੇ ਇਨਡਾਇਰੈਕਟ ਟੈਕਸ ਕੀ ਹੁੰਦੇ ਆ ਕਿ ਜਿਹੜਾ ਕਿ ਦੁਕਾਨਦਾਰ ਨੂੰ ਆਪਾਂ ਕੋਈ ਚੀਜ਼ ਬਾਏ ਕਰਦੇ ਹਾਂ, ਆਪਾਂ ਉਹ ਜਿਸ ਚੀਜ਼ ਦੇ ਉੱਤੇ ਗੁੱਡਸ ਐਂਡ ਸਰਵਿਸ ਟੈਕਸ ਜਿਹਨੂੰ ਆਪਾਂ ਵੀ ਕਹਿੰਦੇ GST ਵੀ ਕਹਿੰਦੇ ਆ, ਉਹ ਜਿਹੜਾ ਉੱਤੇ ਟੈਕਸ ਲੱਗਦਾ ਉਹ ਜਿਹੜਾ ਵਾ ਸਟੇਟ ਗਵਰਨਮੈਂਟ ਐਂਡ ਸੈਂਟਰਲ ਗਵਰਨਮੈਂਟ ਅਲੱਗ-ਅਲੱਗ ਜਿਵੇਂ ਇਨਡਾਇਰੈਕਟਲੀ ਉਹਨਾਂ ਕੋਲ ਪਹੁੰਚ ਰਿਹਾ ਆ ਥਰੂ ਦਾ ਸ਼ਾਪਕੀਪਰ। ਠੀਕ ਹੈ, ਸੋ ਇਹ ਇੱਕ ਤਰ੍ਹਾਂ ਦਾ ਇਨਡਾਇਰੈਕਟ ਟੈਕਸ ਹੈ। ਠੀਕ ਹੈ, ਇਹਦੇ ਵਿੱਚ ਦੋ ਤਰ੍ਹਾਂ ਦੇ ਨੇ, SGST ਐਂਡ CGST। S ਸਟੈਂਡਸ ਫॉर ਸਟੇਟ ਗਵਰਨਮੈਂਟ ਦਾ ਗੁੱਡਸ ਐਂਡ ਸਰਵਿਸ ਟੈਕਸ, ਤੇ ਇਦਾਂ ਹੀ CGST ਹੁੰਦਾ ਵਾ ਸੈਂਟਰਲ ਗਵਰਨਮੈਂਟ ਗੁੱਡਸ ਐਂਡ ਸਰਵਿਸ ਟੈਕਸ। ਠੀਕ ਹੈ, ਜਾਂ ਸੈਂਟਰਲ ਗੁੱਡਸ ਐਂਡ ਸਰਵਿਸ ਟੈਕਸ ਹੋ ਜਾਏਗਾ। ਠੀਕ ਹੈ, ਹੁਣ ਇਹਦੇ ਵਿੱਚ ਆਪਾਂ ਬਸ ਫਾਰਮੂਲੇ ਨਾਲ ਮੇਨ ਗੱਲ ਕਰਨੀ ਹੈ ਕਿ ਇਹਦੇ ਵਿੱਚ ਕਰਨਾ ਕੀ ਆਪਾਂ। ਜਿਵੇਂ ਸਪੋਜ਼ ਕਰੋ ਕਿ ਮੈਂ ਕੋਈ ਚੀਜ਼ ਬਾਏ ਕੀਤੀ, ਸਪੋਜ਼ ਉਹ ਚੀਜ਼ ਮੈਨੂੰ 100 ਰੁਪਏ ਦੀ ਮਿਲੀ, ਤਾਂ ਦੈਟ ਮੀਨਸ ਮੈਨੂੰ ਉਹਨੇ ਦੁਕਾਨਦਾਰ ਨੇ ਕਿੰਨੇ ਰੁਪਏ 'ਚ ਸੈਲ ਕੀਤੀ, ਇਨ ਦਾ ਰੁਪੀਜ਼ 100। ਤੇ ਜਦੋਂ ਉਹਨੇ ਮੈਨੂੰ ਸੈਲ ਕੀਤੀ, ਮੈਂ ਉਹਨੂੰ ਕਿਹਾ ਭਾਈ ਮੈਨੂੰ ਬਿੱਲ ਦੇ। ਉਹ ਕਹਿੰਦਾ ਭਾਈ ਜੀ 10% ਟੈਕਸ ਲੱਗੇਗਾ ਜੇ ਬਿੱਲ ਲੈਣਾ ਤਾਂ। ਮੈਂ ਕਿਹਾ ਕੋਈ ਗੱਲ ਨਹੀਂ, ਲਾ ਦੇ ਬਾਈ, ਕੋਈ ਚੱਕਰ ਨਹੀਂ ਹੈ, 10% ਟੈਕਸ ਲੱਗਦਾ, ਲਾ ਦੇ। ਤੇ ਮੈਂ ਟੈਕਸ ਪੇ ਇਸ ਅਮਾਉਂਟ ਦੇ ਉੱਤੇ ਫਿਰ ਮੈਂ ਫਰਦਰ ਟੈਕਸ ਪੇ ਕੀਤਾ, ਦੈਨ ਮੇਰੀ ਬਿਲਿੰਗ ਅਮਾਉਂਟ ਕੀ ਬਣੀ ਉਹ ਆਪਾਂ ਕੱਢਣੀ ਹੈ। ਜਿਵੇਂ ਕਿ ਤੁਸੀਂ ਆਲਰੇਡੀ ਪੜ੍ਹ ਚੁੱਕੇ ਹੋ, ਤੁਸੀਂ ਉਹਦੇ ਵਿੱਚ ਕੀਤਾ ਸੀ ਪਹਿਲਾ ਫਾਰਮੂਲਾ ਸੈਲਿੰਗ ਪ੍ਰਾਈਸ ਵਾਲਾ, ਜਿਹਦੇ ਵਿੱਚ ਆਪਾਂ ਕੀ ਹੈ ਗੇਨ ਪਰਸੈਂਟ ਵਾਲਾ ਫਾਰਮੂਲਾ ਯੂਜ਼ ਕਰਦੇ ਹੁੰਦੇ ਆ, G% upon 100 into CP। ਗੇਨ ਕਿਹਦੇ ਤੇ, ਕਾਸਟ ਪ੍ਰਾਈਸ ਤੇ ਹੁੰਦਾ ਹੈ, ਬਟ ਜਿਹੜਾ ਟੈਕਸ ਹੈ ਉਹ ਸੈਲਿੰਗ ਪ੍ਰਾਈਸ ਦੇ ਉੱਤੇ ਹੁੰਦਾ ਹੈ। ਸੋ ਇਨ ਪਲੇਸ ਆਫ ਕਾਸਟ ਪ੍ਰਾਈਸ ਆਈ ਵਿਲ ਰਾਈਟ ਹੇਅਰ ਸੈਲਿੰਗ ਪ੍ਰਾਈਸ, ਐਂਡ ਜਿਹੜਾ ਸੈਲਿੰਗ ਪ੍ਰਾਈਸ ਉੱਤੇ ਟੈਕਸ ਲੱਗ ਕੇ ਬਣੀ ਕਿਹੜੀ ਅਮਾਉਂਟ, ਸਾਡੇ ਕੋਲ ਬਿਲਿੰਗ ਅਮਾਉਂਟ ਬਣੀ। ਮੈਂ ਇਹਨੂੰ BP ਲਿਖ ਸਕਦਾ ਜਾਂ ਬਿਲਿੰਗ ਅਮਾਉਂਟ ਲਿਖ ਸਕਦਾ, BA ਲਿਖ ਸਕਦਾ, BA ਲਿਖ ਸਕਦਾ, ਤੇ ਜਾਂ ਫਿਰ ਬਿਲਿੰਗ ਅਮਾਉਂਟ ਇੱਕੋ ਗੱਲ ਹੈ। ਹੁਣ ਜੇਕਰ ਬਿਲਿੰਗ ਅਮਾਉਂਟ ਕੈਲਕੂਲੇਟ ਕਰ ਰਹੇ ਹਾਂ ਤਾਂ ਟੈਕਸ ਜਿਹੜਾ ਐਡ ਹੋ ਰਿਹਾ ਉਹ ਕੀ ਹੋ ਰਿਹਾ, ਗੇਨ ਨਹੀਂ ਹੈ, ਉਹ ਕੀ ਹੈ, ਟੈਕਸ ਹੈ। ਸੋ ਇਹਦਾ ਮੈਂ 30% ਲਿਖ ਸਕਦਾ, ਟੈਕਸ ਪਰਸੈਂਟ। ਸੋ ਹੈਗਾ ਉਹੀ ਪ੍ਰੋਫਿਟ ਵਾਲਾ ਹੀ ਫਾਰਮੂਲਾ ਹੈ, ਬਟ ਇਨ ਅਨਦਰ ਵੇ ਵੀ ਆਰ ਯੂਜ਼ਿੰਗ ਇਟ ਹੇਅਰ। ਓਕੇ, ਸੋ ਇਦਾਂ ਇੱਕ ਹੋ ਗਿਆ BA = 100 plus 30% upon 100 into SP। ਤੇ ਜਾਂ ਫਿਰ ਜੇ ਆਪਾਂ ਸਾਨੂੰ ਬਿਲਿੰਗ ਅਮਾਉਂਟ ਪਤਾ ਹੈ, ਅਗਲੇ ਕਹਿੰਦੇ ਆ ਵੀ ਟੈਕਸ ਪਰਸੈਂਟ ਵੀ ਪਤਾ, ਬਿਲਿੰਗ ਅਮਾਉਂਟ ਵੀ ਪਤਾ ਹੈ, ਸੈਲਿੰਗ ਪ੍ਰਾਈਸ ਕਿੰਨੀ ਸੀਗੀ ਉਹ ਕੱਢਣੀ ਹੈ। ਦੈਨ ਆਪਾਂ ਕੀ ਕਰਾਂਗੇ, ਇਹਨੂੰ ਇੱਧਰ ਹੀ ਰਹਿਣ ਦੇਵਾਂਗੇ, 100 ਇੱਧਰ ਮਲਟੀਪਲਾਈ ਹੋ ਜਾਏਗਾ ਤੇ 100 plus 10% ਨੀਚੇ ਆ ਜਾਏਗਾ। ਸੋ BA ਦੇ ਨਾਲ 100 ਜਿਹੜਾ ਮਲਟੀਪਲ ਆ ਜਾਏਗਾ ਤੇ 100 plus 30 ਜਿਹੜਾ ਡਿਵਾਈਡ ਚ ਆ ਜਾਏਗਾ ਟੈਕਸ ਪਰਸੈਂਟ। ਤੇ ਦੂਸਰੀ ਸਾਈਡ ਤੇ ਕੀ ਰਹਿ ਜਾਏਗਾ, ਫਿਰ ਰਹਿ ਜਾਏਗਾ ਸੈਲਿੰਗ ਪ੍ਰਾਈਸ, ਜਿਹੜਾ ਕਿ ਆਪਾਂ ਇੱਧਰ ਵੀ ਲਿਖ ਸਕਦੇ ਹਾਂ, ਕੋਈ ਇੱਕੋ ਗੱਲ ਹੈ। ਠੀਕ ਹੈ, ਸੋ ਇਹ ਜੇ ਸੈਲਿੰਗ ਪ੍ਰਾਈਸ ਕੱਢਣੀ ਹੋਵੇ, ਬਿਲਿੰਗ ਪ੍ਰਾਈਸ ਦਿੱਤੀ ਹੋਵੇ ਸਾਨੂੰ ਤੇ ਟੈਕਸ ਪਰਸੈਂਟ ਵੀ ਦਿੱਤਾ ਹੋਵੇ, ਤਾਂ ਆਪਾਂ ਇਦਾਂ ਕਰ ਸਕਦੇ ਹਾਂ। ਸੋ ਇਹਦੇ ਰਿਲੇਟਡ ਆਪਾਂ ਐਗਜ਼ਾਮਪਲਸ ਕਰਦੇ ਹਾਂ। ਠੀਕ ਹੈ, ਅਲੱਗ-ਅਲੱਗ ਗੁੱਡਸ ਤੇ ਅਲੱਗ-ਅਲੱਗ ਤਰ੍ਹਾਂ ਦਾ ਟੈਕਸ ਲੱਗਦਾ ਹੁੰਦਾ ਵਾ, ਉਹ ਆਪਾਂ ਨੂੰ ਹਾਲੇ ਇਹਨਾਂ ਡਿਟੇਲਸ ਜਾਣ ਦੀ ਲੋੜ ਨਹੀਂ ਹੈ। ਜਦੋਂ ਕਮਰਸ ਸਟਰੀਮ ਰੱਖਾਂਗੇ ਨਾ ਜਿਹੜੇ ਬੱਚੇ +1 ਤੇ ਜਾ ਕੇ, ਉਦੋਂ ਆਪਾਂ ਨੂੰ ਕੰਸੀਡਰ ਕਰਨਾ ਪੈਂਦਾ ਵੀ ਕਿਸ ਚੀਜ਼ ਤੇ ਕਿਸ ਤਰ੍ਹਾਂ ਦਾ ਟੈਕਸ ਲੱਗਣਾ, ਟੇਬਲ ਯਾਦ ਕਰਨਾ ਪੈਂਦਾ, ਫਿਰ ਆਪਾਂ ਉਹ ਟੈਕਸ ਜਿਹੜਾ ਉਹਦੇ ਹਿਸਾਬ ਨਾਲ ਲਗਾਉਣੀ ਹੈ। ਹੁਣ ਤੁਹਾਨੂੰ ਕੀ ਹੈ, ਜਸਟ ਜੋ ਦਿੱਤਾ ਹੋਏਗਾ ਟੈਕਸ ਤੁਸੀਂ ਉਹੀ ਲਗਾਉਣਾ। ਠੀਕ ਹੈ, ਸੋ ਐਗਜ਼ਾਮਪਲ ਕਰਦੇ ਹਾਂ ਇੱਕ ਆਪਾਂ। ਸੋ ਐਗਜ਼ਾਮਪਲ ਕਿਹੜੀ ਆਪਣੇ ਕੋਲ 23। ਐਗਜ਼ਾਮਪਲ 23 ਵਿੱਚ ਕੀ ਹੈ, ਸੈਲਿੰਗ ਪ੍ਰਾਈਸ ਆਫ ਅ ਰੇਨਕੋਟ ਐਟ ਅ ਸ਼ਾਪ ਵਾਸ 1240। ਸੋ ਸੈਲਿੰਗ ਪ੍ਰਾਈਸ ਇੱਕ ਰੇਨਕੋਟ ਦੀ ਕਿੰਨੀ ਹੈ, 1240। ਐਗਜ਼ਾਮਪਲ 23 ਕਰ ਰਹੇ ਹਾਂ ਆਪਾਂ, ਸਿਰਫ ਐਗਜ਼ਾਮਪਲ ਕਰਾਂਗੇ, ਐਕਸਰਸਾਈਜ਼ ਆਪਣੇ ਆਪ ਕਰਨੀ ਹੈ। ਸੈਲਿੰਗ ਪ੍ਰਾਈਸ ਇੰਨੀ ਹੈ, ਠੀਕ ਹੈ। ਉਸ ਤੋਂ ਬਾਅਦ ਕਹਿ ਰਹੇ ਨੇ ਐਂਡ ਦਾ ਸੇਲਸ ਟੈਕਸ ਵਾਸ 7%, ਕਹਿੰਦੇ 7% ਉੱਤੇ ਟੈਕਸ ਲੱਗ ਗਿਆ। ਠੀਕ ਹੈ, ਸੋ ਆਪਾਂ ਲਿਖਾਂਗੇ ਟੈਕਸ ਪਰਸੈਂਟ ਕਿੰਨਾ, 7%। ਕਹਿੰਦੇ ਬਿਲਿੰਗ ਅਮਾਉਂਟ ਕੱਢੋ ਵੀ ਬਿਲਿੰਗ ਅਮਾਉਂਟ ਕਿੰਨੀ ਹੋਏਗੀ,
फाइंड द अमाउंट पेड, उन्हें कितनी अमाउंट पे की, बिलिंग अमाउंट इज इक्वल टू 100 प्लस 30%। बुक ਦੇ ਵਿੱਚ ਵੈਸੇ ਜਿੱਦਾਂ ਕਰਾਇਆ ਨਾ ਉਹ ਥੋੜਾ ਜਿਹਾ ਅਲੱਗ ਮੈਥਡ ਹੈ ਹੈਗਾ, ਵੈਸੇ ਕਰ ਉਹ ਇਹੀ ਰਹੇ ਨੇ, ਬਟ ਮੈਂ ਤੁਹਾਨੂੰ ਕੀ ਹੈ ਸਿੰਪਲ ਇੱਕ ਫਾਰਮੂਲਾ ਦੱਸਦਾ, ਸਿੱਧਾ ਉਹ ਵੈਲਿਊਜ਼ ਪੁੱਟ ਕਰਨੀਆਂ ਨੇ, ਠੀਕ ਹੈ, ਇਨਟੂ ਐਸਪੀ। सो आ 0 ਤੇ 0 ਕੱਟੇਗਾ, नीचे 10 रह गया एक, ਇਹਨੂੰ ਵੀ ਕਰ ਦਿਓ 2 5 10, 262 are 124, इधर ए 100 प्लस 7 107 इंटू 62 डिवाइडेड बाय 5। सो ये साडा आंसर आ जाएगा 1326.80, ठीक है, मल्टीप्लाई करके फिर डिवाइड बाय 5 करना है, 1326.80 इन्नी अमाउंट उन्हें टैक्स ऐड करने तो बाद पे की थी। ओके, इस तरीके ਦੇ ਨਾਲ ਆਪਾਂ ਨਵੀਂ एग्जांपल अगली भी चलते हैं, एग्जांपल नंबर 24। ਉਹਦੇ ਵਿੱਚ ਕੀ ਕਿਹਾ ਗਿਆ, गौरी bought an iron of rupees 4500 including 10% टैक्स, मतलब कि उन्हें ਜਿਹੜੀ ਆਇਰਨ ਬਾਏ ਕੀਤੀ ਉਹਨੂੰ ਅਮਾਉਂਟ ਜਿਹੜੀ ਪੇ ਕਰਨੀ ਪਈ ਉਹ ਅਮਾਉਂਟ ਪੇਡ ਕਿਸੇ ਬਿਲਿੰਗ ਅਮਾਉਂਟ ਸੀ, ਉਹਦੇ ਵਿੱਚ 10% ਟੈਕਸ ਇਨਕਲੂਡ ਕੀਤਾ ਆਲਰੇਡੀ। ਸੋ ਜਿਹੜੀ ਉਹਨੇ ਬਾਏ ਕੀਤੀ ਇਹ ਚੀਜ਼ ਉਹਦੇ ਕੋਲ ਕੀ ਹੈ, ਦੈਟ ਇਜ਼ ਦ ਬਿਲਿੰਗ ਅਮਾਉਂਟ ਵਿਦ ਹਰ, ਬਿਲਿੰਗ ਅਮਾਉਂਟ ਆਦੀ ਇੰਨੀ। ਆਪਾਂ ਕੀ ਕੱਢਣਾ ਹੈ, 10% ਟੈਕਸ ਵੀ ਦਿੱਤਾ ਹੈ ਸਾਨੂੰ, ਟੈਕਸ ਪਰਸੈਂਟ ਕਿੰਨਾ ਲੱਗਾ ਤੇ 10%। फाइंड द प्राइस ऑफ आयरन बिफोर द टैक्स वाज एडेड, एंड टैक्स ऐड करन तो पहला प्राइस कितनी सी, ਉਹਨੇ ਚ BA ਪਰ ਦਿੱਤਾ ਹੈ, ਆਪਾਂ SP ਕੱਢਣਾ ਹੈ। SP ਦਾ ਫਾਰਮੂਲਾ ਕੀ ਹੈ, ਜਦੋਂ BA ਗਿਵਨ ਹੋਵੇ ਟੈਕਸ ਪਰਸੈਂਟ ਗਿਵਨ ਹੋਵੇ 100/100 प्लस 30% इनटू बिलिंग अमाउंट, यही ਹੁੰਦਾ ना। इनटू बिलिंग अमाउंट इज this, so it becomes 100 into 4500 divided by 110। so सिर्फ ਇਹ ਨਾਲ ਇੱਕ 0 ਕੱਟਿਆ ਜਾਏਗਾ, ਬਾਕੀ ਸਾਰਾ ਜਿਹੜਾ ਹੈ। so 45000 ਨੂੰ ਤੁਸੀਂ ਜਦੋਂ 11 ਨਾਲ ਡਿਵਾਈਡ ਕਰੋਗੇ ਤੁਹਾਡੇ ਕੋਲ ਕੀ ਆਨਸਰ ਆਏਗਾ, ਉਹ that will be your selling price, मतलब कि पहला प्राइस कितनी सी, that was 4090.91 approximately, आप अप्रॉक्स लिख लोगे। so डिवाइड करके इन्नी आएगी, ਤੁਸੀਂ चेक कर सकते हो, ठीक है। इदा बस फॉर्मूला दे पता होना चाहिए किहड़ा चीज़ की चीज़ गिवन है वो कर लेनी है, ठीक है, पता होना चाहिए कि चीज़ गिवन है तो की परसेंट अपन कितने गिवन है, उस हिसाब से अपन किहड़ा फॉर्मूला चाहिए वो लगा के आप सैलिंग प्राइस या बिलिंग अमाउंट कर लेनी करनी है। सो इसके दो एग्जांपल्स अपनी इन तुम नोट डाउन कर लो, ये थोड़ा जा भी नोट डाउन कर लो, ठीक है, फॉर्मूले हो गए। तो लेट्स मूव ऑन टू द नेक्स्ट एग्जांपल। नेक्स्ट अपनी दो एग्जांपल्स ही रह गई ने, दो आप एग्जांपल्स करने तो बाद अपनी वीडियो उत्थे खत्म करांगे। ਤੇ ਜਿਹੜੇ ਸਕਰੀਨਸ਼ਾਟਸ ਨੇ ਮੈਂ ਤੁਹਾਨੂੰ ਐਂਡ ਤੇ ਸ਼ੇਅਰ ਕਰਾਂਗਾ, ਉਹਦੇ ਵਿੱਚ ਕੀ ਤੁਸੀਂ ਐਕਸਰਸਾਈਜ਼ 9.4 ਦੇ ਜਿਹੜੇ ਕੁਐਸਚਨਸ ਮੈਂ ਤੁਹਾਨੂੰ ਸ਼ੇਅਰ ਕਰਾਂਗਾ, ਸਾਰੇ ਕੁਐਸਚਨਸ ਕਰਨ ਦੀ ਕੋਸ਼ਿਸ਼ ਕਰਨੀ ਹੈ। ਕੋਈ ਵੀ ਕੁਐਸਚਨ ਨਹੀਂ ਹੋਏਗਾ ਤੁਸੀਂ ਮੇਰੇ ਤੋਂ ਬੜੇ ਆਰਾਮ ਨਾਲ ਇਸ ਨੰਬਰ ਤੇ ਮੈਸੇਜ ਕਰਕੇ ਪੁੱਛ ਸਕਦੇ ਹੋ, ਆਈ ਵਿਲ ਐਕਸਪਲੇਨ ਯੂ ਹਾਊ ਟੂ ਡੂ ਇਟ। ਐਂਡ ਜਿਹੜੇ ਬੱਚੇ ਮੇਰੇ ਨਾਲ ਜ਼ੂਮ ਕਲਾਸ ਤੇ ਐਡ ਹੁੰਦੇ ਨੇ ਉਹਨਾਂ ਨੂੰ ਮੈਂ ਜ਼ੂਮ ਕਲਾਸ ਦੇ ਉੱਤੇ ਐਕਸਪਲੇਨ ਕਰ ਦਿਆਂਗਾ ਹਾਊ ਟੂ ਡੂ ਦਾ ਕੁਐਸਚਨਸ। ਸੋ ਨੈਕਸਟ ਆਪਾਂ ਕਰਦੇ ਹਾਂ ਐਗਜ਼ਾਮਪਲ 25। ਰਾਜ ਬਾਏ ਅ ਪੇਅਰ ਆਫ ਸ਼ੂਜ਼ whose marked price is 200, marked price कितनी है 200। सो एक एग्जांपल लिखांगे आप 25 अपने, यस, मार्क्ड प्राइस MP ₹200 है, ओके। he gets 30% discount and pays the amount with 2 notes of 100, ओके। ਉਹਨੇ ਕੀ ਕੀਤਾ, ਡਿਸਕਾਊਂਟ ਕਿੰਨਾ ਮਿਲਿਆ ਉਹਨੂੰ 30%, ਤੇ ਉਹਨੇ 200 ਦੇ ਨੋਟ ਦਿੱਤੇ, ਠੀਕ ਹੈ, नो ਐਂਡ ਰਿਸੀਵਸ ਅ ਚੇਂਜ ਆਫ 50.20, ਕਹਿੰਦੇ ਉਹਨੂੰ ਚੇਂਜ ਕਿੰਨਾ ਮਿਲਿਆ 50.20 ਮਿਲਿਆ। ਪਹਿਲਾਂ ਤਾਂ ਆਪਾਂ ਮਾਰਕਡ ਪ੍ਰਾਈਸ ਤੋਂ ਬਾਅਦ ਉਹਦੀ ਸੈਲਿੰਗ ਪ੍ਰਾਈਸ ਕੱਢ ਲਈਏ, ਠੀਕ ਹੈ, ਮਾਰਕਡ ਪ੍ਰਾਈਸ ਤੇ ਡਿਸਕਾਊਂਟ ਕਿੰਨਾ ਮਿਲਿਆ ਉਹਨੂੰ ਪਹਿਲਾਂ ਉਹ ਕੱਢ ਲਈਏ, ਠੀਕ ਹੈ। ਸੋ ਦੇਖੋ ਉਹਨੇ ਪੇ ਕਿੰਨੇ ਕੀਤੇ, ਐਂਡ ਇਧਰ ਆਪਾਂ ਇਹ ਵੀ ਹੈ ਚੇਂਜ ਲੈਫਟ, वो भी लिख लेने हैं, कितना सीगा 50.20, उन्हें 200 ਦੇ ਨੋਟ ਦਿੱਤੇ है ना। सो ਆਪਾਂ ਪਹਿਲਾਂ ਕਰਾਂਗੇ ਅਮਾਉਂਟ ਪੇਡ ਕੱਢਾਂਗੇ, ਉਹਨੇ ਕਿੰਨੀ ਅਮਾਉਂਟ ਪੇ ਕੀਤੀ, ਜਾਂ ਬਿਲਿੰਗ ਅਮਾਉਂਟ ਕਹਿ ਸਕਦੇ ਹਾਂ। ਮਾਰਕਡ ਪ੍ਰਾਈਸ ਤੋਂ ਆਪਾਂ ਜਾਂ ਮਾਰਕ ਪ੍ਰਾਈਸ ਕਹਿ ਸਕਦੇ ਹਾਂ, ਤੇ ਜਾਂ ਫਿਰ ਉਹਨੇ ਜਿੰਨੀ ਪ੍ਰਾਈਸ ਪੇ ਕੀਤੀ ਸੀ 200 ਦੇ ਨੋਟ ਦਿੱਤੇ ਸੀਗੇ, ਇੱਕੋ ਹੀ ਗੱਲ ਆ।
सो अमाउंट पेड आपां करनी है दैट इज़ 200 रुपीज़ उन्हें पे किया सी ਉਹਦੇ ਚੋਂ ਉਹਨੂੰ 50 रुपीज़ एंड 20 पैसे मुड़ गए तो ਉਹਨੂੰ ਜਿਹੜੇ ਮਿਲੇ ਕਿੰਨੇ 159.80 149 ਆਣਾ सॉरी ਇਹਨਾਂ ਨੇ ਬੁੱਕ ਤੇ ਗਲਤ ਕੀਤਾ ਹੈ ਤੁਸੀਂ ਸਹੀ ਕਰ ਲਓ 149.80 ਆਏਗਾ ओके द प्राइस ऑफ शूज आफ्टर डिस्काउंट डिस्काउंट तो बाद उसकी प्राइस कितनी होगी डिस्काउंट वाला फॉर्मूला ला लेंगे मतलब असल से देखा जाए तो सेलिंग प्राइस ही है ना डिस्काउंट तो बाद वो कितनी होती है 100 माइनस डिस्काउंट परसेंट अपॉन मैं वैसे देखा फॉर्मूले दिते जरूर ने पर यूज नहीं कर रहे इनटू मार्क प्राइस के उत्ते कितना डिस्काउंट मिले आप करते हैं ना तो दैट मीन्स 100 माइनस 30% डिस्काउंट से 30 अपॉन 100 इनटू मार्क प्राइस वाज 200 70 अपॉन 100 इनटू 200 सो ये बन गया 140 सो सेलिंग प्राइस इन्नी बन रही थी बट उन्हें पे किन्ने की थी उन्हें पे किते 149.809 रुपीज़ ज़्यादा ने ठीक है सो दैट मीन्स इन्ना उन्हें टैक्स पे किया ठीक है टैक्स पे अमाउंट बिलिंग अमाउंट है जी अमाउंट पेड है दैट इज द बिलिंग अमाउंट साढ़े को बिलिंग अमाउंट भी आ गई साढ़े को सेलिंग प्राइस भी आ गई ठीक है हम आप टैक्स काट सकते हैं बिलिंग अमाउंट इज इक्वल टू 100 प्लस टैक्स परसेंट अपॉन 100 इनटू एसपी बिलिंग अमाउंट थे आपने पता किया 149.80 ठीक है इज इक्वल टू आज 100 है डिवाइड तीनों आप इधर ले सकते हैं पर बाद लेके आने सेलिंग प्राइस 140 100 इधर ले आने 140 डिवाइड से ले आने ठीक है की होएगा जो आप इतों पॉइंट हटावे नीचे एक 100 आ जाएगा 100 ने 100 ने कैंसल हो जाना जीरो ने इधर कैंसल हो जाना देखो 14 से जाता वा कटिया जाता किन्ने थे 2 7 सर 14 2 7 सर 14 2 1 2 8 सर तो 2 4 सर 8 2 9 सर अगे देखो फिर 7 से कटिया जाना 7 1 सर 7 7 7 सर 49 17 से कटिएगा पूरा पूरा तो इतने 17 नहीं थे 107 आना सॉरी 107 7 से गए ना फिर 4 आएगा आप जीरो नहीं पाया इस विच देखो 100 इधर के माइनस हो जाएगा फिर 107 माइनस 100 इज इक्वल टू टैक्स परसेंट सो टैक्स परसेंट कितना आ गया 7% उन्हें टैक्स पे किया ता करके अमाउंट 149.80 बनी तो इन्होंने भी कुछ इदा का जीएसटी पेड कटे उन्होंने हाँ इन्होंने जस्ट अमाउंट कटी हुई है ठीक है तो आप टैक्स कर दिया कोई गल नहीं जे आप कल अमाउंट कटनी थी ठीक है तो अमाउंट ऑफ जीएसटी कितनी पे की ने बिलिंग अमाउंट माइनस सेलिंग प्राइस इक्वल टू 149.80 माइनस 140 तो साढ़े को 9.80 आ जानी अमाउंट ने टैक्स के तौर पे पे की अमाउंट पेड एज टैक्स कह दो इन जीएसटी कहने की बजाय अमाउंट पेड एज टैक्स ने कितनी अमाउंट पे की थी इन्नी वैसे आप टैक्स परसेंट कर लिया दैट इज आल्सो गुड एक क्वेश्चन में जी मिस्टेक है सही कर लेना ये आप इस तो बाद नेक्स्ट एग्जांपल करते हैं इन्होंने उसी नोट डाउन कर दो चलिए फिर इसी तरीके के नाल आप लास्ट एग्जांपल 26 आफ्टर दैट यू हैव द एक्सरसाइज 9.4 आई थिंक सो है ना 4 ही है यस तो बहुत इजी इदां दे क्वेश्चन ही ने किरण बाय गुड्स ऑफ टोटल वर्थ ₹2000 फ्रॉम अ बिग मार्केट उन्हें बाय कीतियां 2000 दी गुड्स अ डिस्काउंट ऑफ 10% वाज ऑफर्ड ऑन द टोटल बिल जिन्ना बिल बनया ਉਹਦੇ ਤੇ 10% डिस्काउंट बनया मिलिया in addition to this kiran has to pay GST of 5% on the discounted price discount ਕਰਨ ਤੋਂ ਬਾਅਦ ਜਿਹੜੀ ਪ੍ਰਾਈਸ ਬਣੀ ਉਹਦੇ ਤੇ 5% ਉਹਨੇ GST ਪੇ ਕਰਨਾ ਸੀ if kiran gave 4 500 ਦੇ ਨੋਟ ਦਿੱਤੇ ਜੇਕਰ ਉਹਨੇ 2000 ਰੁਪਏ ਦਿੱਤਾ मतलब जेकर
दैन बिलिंग काउंटर तो उन्होंने कितनी मनी वापस मिलनी चाहिए है। ठीक है, सो आप पहला देखिए कि बिलिंग अमाउंट जी है वो कितनी सी 2000 तो वो डिस्काउंट कितना मिले 10% का। ठीक है, आप वैसे बिलिंग अमाउंट टोटल बिल आप कह सकते हैं डिस्काउंट परसेंट 10% का डिस्काउंट मिले। सो अमाउंट आफ्टर डिस्काउंट मतलब कि एक ही हो गई इन्ने दी उन्होंने सैलिंग प्राइस हुई टैक्स की गल तो बाद ही है सैलिंग उन्होंने कितने दी है डिस्काउंट तो बाद ਹੁਣ ਇੱਥੇ ਕਿਹੜੀ ਅਮਾਉਂਟ ਆਏਗੀ ਟੋਟਲ ਵਰਥ ਵਾਲੀ ਸੀਪੀ ਦੀ ਆਪਾਂ ਅੱਗੇ ਸੀਪੀ ਲਿਖਦੇ ਨੇ ਨਾ। ਠੀਕ ਹੈ, ਜਾਂ ਮਾਰਕਡ ਪ੍ਰਾइस ਲਿਖਦੇ ਨੇ ਇੱਥੇ ਮਾਰਕਡ ਪ੍ਰਾइस ਮੰਨ ਲਓ ਆ ਹੈ 2000 ਪਰ ਐਮਪੀ ਲਿਖਣ ਦੀ ਬਜਾਏ ਆਪਾਂ ਕੀ ਲਿਖਾਂਗੇ टोटल प्राइस या टोटल अमाउंट कह सकते हैं या टोटल वर्थ लिख लो इसको। ओके, मतलब उन्होंने सैलिंग प्राइस कितनी पई 1800 रुपये देने पैने हैं वो भी ये हले टैक्स लगना है ना वो टैक्स परसेंट 5%। सो बिलिंग अमाउंट कितनी है बिलिंग अमाउंट वाला फॉर्मूला इनटू कितने सैलिंग प्राइस बनी सी $105 into 18 1890 ने पे किए। ठीक है, पे करने हैं बिलिंग अमाउंट इन्नी बनी उन्हें पे किने किए अमाउंट लेफ्ट आफ्टर पेइंग ₹2000 पे करने के बाद अमाउंट कितनी रह गई 2000 के विचों 1890 माइनस कर दिए तो वो 110 रुपीज़ का चेंज आएगा। सो बहुत ही ईजी इदा के क्वेश्चन अगे भी है एक्सरसाइज 9.4 है अपने को। सो बाकी की एक्सरसाइज जी आप करने की कोशिश करनी है इदा ही मेरे बने रहना इन्हें नोट डाउन कर लो। ये हूँ तो मैं लास्ट स्क्रीनशॉट भी शेयर करता हूँ ताकि देख सको कि 9.4 के एक्सरसाइज क्वेश्चन किहड़े ने ट्राई करो सारे हो जाएंगे। ठीक है, होपफुली तुम स्क्रीनशॉट देख रहे होंगे। सो आप आज की वीडियो आप एंड करते हैं ऐसे मेरे बने रहना तो मैंने जिन्ना हो सके सपोर्ट करना है मेरी वीडियोज़ में जिन्ना हो सके शेयर करो। थैंक यू वेरी मच टू ऑल द व्यूअर्स एट द एंड। वाहिगुरू जी का खालसा वाहिगुरू जी की फतेह।